ਜੋ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਮੂਕ ਉਚਰੈ ਸ਼ਾਸਤਰ ਖਟ। ਪਿੰਗ ਗਿਰਨ ਚੜ੍ਹ ਜਾਏ, ਅੰਧ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ, ਅੰਧ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ। ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾ ਹਰ ਧਨ ਰਾਸ ਹੈ, ਗੁਰ ਪੂਛ ਕਰ ਹੈ ਵਾਪਾਰ। ਹਰ ਨਾਮ ਸਲਾਹਨ ਸਦਾ ਸਦਾ, ਵਖਰ ਹਰ ਨਾਮ ਆਧਾਰ। ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾ ਅਟੁੱਟ ਭੰਡਾਰ। ਹਰ ਭਗਤਾ ਹਰ ਧਨ ਰਾਸ ਹੈ। ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ, ਗਰੀਬ ਨਿਵਾਜ ਦੀਨ ਦੁਨੀਆ ਦੇ ਵਾਲੀ, ਲੋਕ ਔਰ ਪਰਲੋਕ ਦੇ ਸਹਾਇਕ, ਗੁਰਬਾਣੀ ਸਰੂਪ ਪਤਿਤ ਪਾਵਨ ਭਗਤ ਵਛਲ ਸਤਿਗੁਰੂ, ਦੀਨ ਦਇਆਲ ਗਰੀਬ ਨਿਵਾਜ ਦੀਨਾ ਬੰਧੂ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਪਾਕ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰੋ।
ਮੁਬਾਰਕ ਰਸਨਾ ਤੋਂ ਬੜੇ ਹੀ ਪ੍ਰੇਮ ਔਰ ਸਨਮਾਨ ਸਤਿਕਾਰ ਦੇ ਸਹਿਤ ਆਪ ਸਮੂਹ ਗੁਰੂ ਕੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਅਪਾਰ ਦਇਆ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਜਿਸ ਰਹਿਮਤ ਔਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਅੰਦਰ ਸਜੇ ਹੋਏ ਹਨ। ਪਾਵਨ ਪਵਿੱਤਰ ਗੁਰਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦੀ ਬਾਣੀ ਦੇ ਸੰਪੂਰਨ ਸ਼ਬਦ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਬੜੇ ਪ੍ਰੇਮ ਔਰ ਸਨਮਾਨ ਸਹਿਤ ਸੁਣੇ ਹਨ। ਗਰੀਬ ਨਿਵਾਜ ਸਤਿਗੁਰਾਂ ਦੀ ਅਗਾਧ ਬੋਧ ਪਵਿੱਤਰ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਕਥਾ, ਗੁਰਮਤ ਵਿਚਾਰ ਨੂੰ ਸੁਣਨ ਦੇ ਲਈ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਆਪ ਜੀ ਸ਼ੋਭਾਏਮਾਨ ਇਕੱਤਰ ਹੋ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਦਇਆ ਰਹਿਮਤ ਦੇ ਨਾਲ ਇਹ ਸ਼ੁਭ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਆਓ ਇਸ ਸਮੇਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਵਿਚਾਰ ਦੇ ਨਾਲ ਜੁੜ ਕੇ, ਗੁਰਮਤ ਦੇ ਵਿਚਾਰ ਨਾਲ ਜੁੜ ਕੇ ਗੁਰਬਾਣੀ ਦੀ ਕਥਾ ਸੁਣ ਕੇ ਇਸ ਸਮੇਂ ਨੂੰ ਸਫਲ ਬਣਾਈਏ। ਮਨ ਚਿਤ ਬਿਰਤੀ ਦੀ ਇਕਾਗਰਤਾ ਬਣਾ ਕੇ ਜੋ ਅੱਜ ਪਾਵਨ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 28 ਅੰਗ ਤੋਂ ਪ੍ਰਾਰੰਭ ਹੋ ਕੇ ਸਤਿਗੁਰੂ ਜੀ ਦੇ 29 ਅੰਗ ਉੱਪਰ ਜਾ ਕੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ। ਮਹਾਰਾਜ ਜੋ ਉਪਦੇਸ਼ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਮਨ ਚਿਤ ਬਿਰਤੀ ਦੀ ਇਕਾਗਰਤਾ ਦੇ ਸਹਿਤ ਇਸ ਪਾਵਨ ਕਥਾ ਨੂੰ ਵਿਚਾਰ ਨੂੰ ਸੁਣਨ ਦਾ ਯਤਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾ ਹਰ ਧਨ ਰਾਸ ਹੈ, ਗੁਰ ਪੂਛ ਕਰਹਿ ਵਾਪਾਰ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਮਾਣਿਆਂ ਨੂੰ ਮਹਾਰਾਜ ਮਾਣ ਬਖਸ਼ਿਸ਼ ਕਰਦੇ ਹਨ। ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰੇ। ਸਤਿਗੁਰੂ ਦਰ 'ਤੇ ਆਇਆ ਹੋਇਆਂ ਦੀ ਲੱਜ ਰੱਖਣ ਵਾਲੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗਰੀਬ ਨਿਵਾਜ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਅੰਦਰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ। ਔਰ ਸਾਧ ਸੰਗਤ ਜੀ ਜਿਸ ਸਮੇਂ ਆਪ ਜੀ ਹੁਕਮਨਾਮਾ ਸਾਹਿਬ ਸੁਣਦੇ ਹੋ ਜਾਂ ਗੁਰਬਾਣੀ ਦੀ ਕਥਾ ਵੇਲੇ ਕੋਈ ਸ਼ਬਦ ਮਹਾਰਾਜ ਜੀ ਦਾ ਜਾਂ ਕੀਰਤਨ ਸੁਣਦਿਆਂ ਹੋਇਆਂ ਸ਼ਰਵਣ ਕਰਦੇ ਹੋ, ਤਾਂ ਆਪ ਜੀ ਨੂੰ ਇਹ ਬੇਨਤੀ ਹੈ ਵੀ ਜਿਸ ਵੀ ਸਤਿਗੁਰੂ ਜੀ ਦਾ ਸ਼ਬਦ ਹੋਵੇ, ਮਹੱਲਾ ਤੀਜਾ, ਮਹੱਲਾ ਦੂਜਾ, ਮਹੱਲਾ ਪਹਿਲਾ ਹੋਵੇ, ਉਸ ਸਮੇਂ ਮਨ ਚਿਤ ਬਿਰਤੀ ਨੂੰ ਜੋੜ ਕੇ ਧੰਨ ਉਸ ਪਾਤਸ਼ਾਹ ਸਤਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਨੂੰ ਸੁਣਿਆ ਕਰੀਏ। ਇਹ ਜਾਣਿਆ ਕਰੀਏ ਮਹਾਰਾਜ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇਸ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨੂੰ, ਗੁਰਬਾਣੀ ਨੂੰ, ਮਹਾਰਾਜ ਜੀ ਦੀ ਬਾਣੀ ਦੇ ਕੀਰਤਨ ਨੂੰ ਸੁਣਿਆ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਪ੍ਰਤੱਖ ਵਰਤ ਕੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਬਹੁਤ ਉੱਚਾ ਸੁੱਚਾ ਪਾਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਉਪਦੇਸ਼ ਦੇ ਅੰਦਰ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ, ਉਸ ਅਕਾਲ ਦੀ ਉਸਤਤ ਵਡਿਆਈ ਕਰਨ ਵਾਲੇ ਉਸ ਦੇ ਭਗਤ ਜਨਾਂ ਦਾ ਜੀਵਨ, ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੁੰਦਾ, ਕਿਵੇਂ ਆਪਣੇ ਜੀਵਨ ਨੂੰ ਬਸਰ ਕਰਦੇ ਹਨ, ਕੀ ਰੁਤਬੇ ਉਹਨਾਂ ਦੇ ਮਹਾਨ ਹੁੰਦੇ ਐ, ਉਪਦੇਸ਼ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਇਸ ਪਾਵਨ ਸ਼ਬਦ ਦੀਆਂ ਆਰੰਭਤਾ ਦੀਆਂ ਪੰਕਤੀਆਂ ਅੰਦਰ ਮਹਾਰਾਜ ਜੀ ਦੇ ਬਚਨ ਹਨ। ਹਰ ਭਗਤਾ ਹਰ ਧਨ ਰਾਸ ਹੈ, ਗੁਰ ਪੂਛ ਕਰਹਿ ਵਾਪਾਰ। ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਰਨ ਵਾਲੇ ਭਗਤ ਜਨ ਜਿਹੜੇ ਹਨ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਕੋਈ ਕਮਾਈ ਕਰ ਲਵੇ, ਬਹੁਤੀ ਮਾਇਆ ਜੋੜ ਲਵੇ, ਪਦਾਰਥ ਬਹੁਤੇ ਇਕੱਠੇ ਕਰ ਲਵੇ, ਤਾਂ ਸਾਡਾ ਦੁਨਿਆਵੀ ਲੋਕਾਂ ਦਾ ਇਹ ਮੰਨਣਾ ਹੋ ਜਾਂਦਾ ਹੈ ਵੀ ਫਲਾਣਾ ਬੰਦਾ ਪੈਸੇ ਕਰਕੇ, ਧਨ ਪਦਾਰਥ ਕਰਕੇ ਬਹੁਤ ਸ਼ਾਹੂਕਾਰ ਹੈ, ਬਹੁਤ ਧਨ ਹੈ ਇਸ ਦੇ ਕੋਲ, ਇਸ ਮਾਇਆ ਦੇ ਨਾਲ ਇਹ ਬਹੁਤ ਸੁੱਖ ਲੈਂਦਾ ਹੋਵੇਗਾ। ਪਰ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਦੀ ਬਾਣੀ ਨੂੰ ਜਿਸ ਸਮੇਂ ਪੜ੍ਹਾਂਗੇ, ਵਿਚਾਰਾਂਗੇ, ਤਾਂ ਗੁਰਬਾਣੀ ਦੇ ਅੰਦਰ ਇਸ ਦੇ ਉਲਟ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਕੱਲੀ ਮਾਇਆ, ਪਦਾਰਥਾਂ, ਧਨ ਦੌਲਤ ਵਾਲੇ ਨੂੰ ਹੀ ਸ਼ਾਹੂਕਾਰ ਨਹੀਂ ਕਿਹਾ। ਗੁਰਬਾਣੀ ਦੇ ਵਿੱਚ ਸ਼ਾਹੂਕਾਰ ਉਸ ਨੂੰ ਕਿਹਾ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਭਾਗਠ ਸੱਚਾ ਸੋਏ ਹੈ, ਜਿਸ ਹਰ ਧਨ ਅੰਤਰ। ਗੁਰਬਾਣੀ ਵਿੱਚ ਸ਼ਾਹੂਕਾਰ, ਧਨਾਢ ਉਸ ਗੁਰਸਿੱਖ ਨੂੰ, ਉਸ ਗੁਰਮੁਖ ਪਿਆਰੇ ਨੂੰ ਮੰਨਿਆ ਗਿਆ ਹੈ, ਜਿਸ ਗੁਰਮੁਖ ਪਿਆਰੇ ਭਗਤ ਜਨ ਦੇ ਹਿਰਦੇ ਰੂਪੀ ਖਜ਼ਾਨੇ ਦੇ ਵਿੱਚ ਧਨ, ਨਾਮ ਰੂਪੀ ਧਨ ਜਿਨੇ ਜੋੜਿਆ ਹੋਇਆ ਹੈ। ਜਿਹੜੇ ਗੁਰਸਿੱਖ ਹਰ ਸਮੇਂ ਉਸ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਪੜ੍ਹਦੇ ਆ, ਉਸ ਦੀ ਉਸਤਤ ਕਰਦੇ ਹਨ। ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਵਿੱਚ ਆਪਣੇ ਹਿਰਦੇ ਨੂੰ ਜੋੜ ਕੇ ਰੱਖਦੇ ਐ, ਸੁਰਤ ਨੂੰ ਟਿਕਾ ਕੇ ਰੱਖਦੇ ਹਨ। ਅਕਾਲ ਪੁਰਖ ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਪਸੰਦ ਕਰਦੇ ਐ। ਗੁਰੂ ਦੀ ਆਗਿਆ ਕੀ ਹੈ? ਆਪਣੇ ਸਰੀਰ ਉੱਪਰ ਦਿੱਤੇ ਹੋਏ ਰੋਮਾਂ ਦੀ ਬੇਅਦਬੀ ਨਾ ਕਰਨੀ, ਔਰ ਆਪਣੇ ਇਸ ਸਰੀਰ 'ਤੇ ਮਹਾਰਾਜ ਜੀ ਦੀ ਬਖਸ਼ਿਸ਼ ਪੰਜਾਂ ਕਕਾਰਾਂ ਨੂੰ ਧਾਰਨ ਕਰਕੇ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ, ਖੰਡੇ ਬਾਟੇ ਦੀ ਪਾਹਲ ਛਕ ਕੇ ਗੁਰੂ ਵਾਲੇ ਬਣ ਕੇ, ਨਿਤਨੇਮੀ ਬਣ ਕੇ ਆਪਣਾ ਜੀਵਨ ਬਤੀਤ ਕਰਨਾ। ਗੁਰੂ ਸਾਹਿਬ ਦੇ ਹੁਕਮ ਵਿੱਚ ਰਹਿ ਕੇ ਪੰਜਾਂ ਕਕਾਰਾਂ ਨੂੰ ਧਾਰਨ ਕਰਨਾ ਔਰ ਉਹਨਾਂ ਦੀ ਮਰਿਆਦਾ ਦਾ ਪਾਲਨ ਕਰਨਾ, ਉਲੰਘਣ ਨਾ ਕਰਨਾ। ਫਿਰ ਗੁਰੂ ਸਾਹਿਬ ਦੇ ਭਾਣੇ ਵਿੱਚ ਹਰ ਸਮੇਂ ਹੱਥ ਬੰਨ੍ਹ ਕੇ ਬੇਨਤੀਆਂ ਕਰਦੇ ਹੋਏ, ਹੁਕਮ ਨੂੰ ਸਿਰ ਮੱਥੇ ਮੰਨਦਿਆਂ ਹੋਇਆਂ ਗੁਰੂ ਕੇ ਭਾਣੇ ਵਿੱਚ ਚੱਲਣਾ। ਜੇ ਬਹੁਤਾ ਸੁੱਖ ਆ ਜਾਵੇ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨੀ, ਮਹਾਰਾਜ ਇਹ ਸੁੱਖ ਵੀ ਆਪ ਜੀ ਦੀ ਦਿੱਤੀ ਹੋਈ ਦਾਤ ਹੈ, ਕਿਰਪਾ ਕਰਿਓ, ਇਹਨੂੰ ਹੰਡਾਵਾਂ ਜ਼ਰੂਰ, ਪਰ ਇਹਨੂੰ ਹੰਡਾਉਂਦਾ ਹੋਇਆ ਕਿਤੇ ਹੰਕਾਰੀ ਹੋ ਕੇ ਜਾਂ ਬਾਗੀ ਹੋ ਕੇ ਤੁਹਾਡੇ ਦਰ ਤੋਂ ਦੂਰ ਨਾ ਹੋ ਜਾਵਾਂ, ਨਿਸ਼ੁਕਰਾ ਨਾ ਹੋਵਾਂ।
ਜੇ ਦੁੱਖ ਆ ਜਾਵੇ, ਮਾੜਾ ਸਮਾਂ ਆਵੇ, ਫਿਰ ਵੀ ਸਤਿਗੁਰੂ ਜੀ ਦਾ ਹੀ ਓਟ ਆਸਰਾ ਲੈ ਕੇ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਜੀ ਇਹ ਦੁੱਖ ਵੀ ਆਪ ਜੀ ਦੇ ਹੁਕਮ ਵਿੱਚ ਹੀ ਆਇਆ ਹੈ, ਕਿਰਪਾ ਕਰਿਓ ਇਹਨੂੰ ਝੱਲਣ ਦੀ ਸਮਰੱਥਾ ਦਿਓ। ਮਹਾਰਾਜ ਆਪ ਜੀ ਕੇ ਹੁਕਮ ਵਿੱਚ ਰਹਿ ਕੇ ਇਸ ਦੁੱਖ ਨੂੰ ਮੈਂ ਝੱਲ ਸਕਾਂ, ਇਸ ਦੁੱਖ ਦਾ ਮਾਰਿਆ ਹੋਇਆ ਦਰ ਦਰ ਤੇ ਨਾ ਭਟਕਾਂ, ਕਿਸੇ ਹੋਰ ਕੋਲ ਜਾ ਕੇ ਨਾ ਮੱਥਾ ਟੇਕਾਂ। ਆਪ ਜੀ ਦਾ ਹੀ ਓਟ ਆਸਰਾ ਰਵੇ, ਅਖੀਰ ਤੱਕ ਡੋਲਾ ਨਾ। ਇਹ ਅਰਦਾਸ ਹਰ ਸਮੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੀ ਔਰ ਇਹਨਾਂ ਪੰਕਤੀਆਂ ਦੇ ਆਧਾਰ ਤੇ ਆਪਣਾ ਜੀਵਨ ਬਤੀਤ ਕਰਨਾ। ਜੇ ਸੁਖ ਦੇਹਤਾ ਤੁਝ ਹੈ ਆਰਾਧੀ, ਦੁਖ ਭੀ ਤੁਝ ਹੈ ਧਿਆਈ। ਜੇ ਭੁਖ ਦੇਹਤਾ ਇਤਿ ਰਾਜਾ, ਦੁੱਖ ਵਿੱਚ ਸੂਖ ਮਨਾਈ। ਇਹ ਗੁਰਸਿੱਖ ਦੀ ਰਹਿਣੀ ਹੈ, ਗੁਰਸਿੱਖ ਦਾ ਜੀਵਨ ਹੈ, ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਕੱਲਾ ਲਿਬਾਸ ਪਾ ਲਿਆ, ਪਹਿਰਾਵਾ ਪਾ ਕੇ ਕੋਈ ਕਵੇ ਮੈਂ ਗੁਰਸਿੱਖ ਬਣ ਗਿਆ, ਨਹੀਂ ਭਾਈ। ਸਿਰਫ ਪਹਿਰਾਵੇ ਦੀ ਗੁਰਸਿੱਖੀ ਨਹੀਂ, ਮਹਾਰਾਜ ਜੀ ਨੂੰ ਰਹਿਤਵਾਨ ਤਿਆਰ ਬਰ ਤਿਆਰ ਗੁਰੂ ਕੇ ਹੁਕਮ ਵਿੱਚ ਚੱਲਣ ਵਾਲਾ ਗੁਰਸਿੱਖ ਪਾਉਂਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸਿੱਖ ਸਖਾ ਬੰਧਪ ਗੁਰੂ ਸਾਹਿਬ ਦਾ ਨੇੜਤਾ ਵਾਲਾ ਸਿੱਖ ਉਹੀ ਹੈ, ਪਿਆਰਾ ਉਹੀ ਹੈ ਜਿਹੜਾ ਗੁਰੂ ਕੇ ਹੁਕਮ ਵਿੱਚ ਸਤਿਗੁਰੂ ਜੀ ਦੀ ਰਜ਼ਾ ਵਿੱਚ ਆ ਜਾਵੇ। ਜਿਹੜਾ ਆਪਣੀਆਂ ਮਨ ਮਰਜ਼ੀਆਂ ਕਰਕੇ ਚੱਲਦਾ, ਗੁਰੂ ਹੁਕਮ ਦੀ ਉਲੰਘਣਾ ਕਰਦਾ, ਮਹਾਰਾਜ ਕਹਿੰਦੇ ਵਿਛੜ ਚੋਟਾਂ ਖਾਵੇ। ਵਿਛੜਿਆ ਹੋਇਆ ਜਮਾਂ ਦੀ ਮਾਰ ਝੱਲਦਾ ਹੈ, ਸਜ਼ਾ ਝੱਲਦਾ ਹੈ। ਇਸ ਕਰਕੇ ਗੁਰੂ ਕੇ ਹੁਕਮ ਵਿੱਚ ਰਹਿਣ ਵਾਲੇ ਭਗਤ ਜਨ ਹੁਕਮ ਵਿੱਚ ਰਹਿ ਕੇ ਸਤਿਗੁਰੂ ਦਾ ਨਾਮ ਜਪਦੇ ਹੈ, ਨਾਮ ਦਾ ਹੀ ਧਨ ਜੋੜਦੇ ਹਨ। ਸੰਸਾਰ ਦੇ ਪਦਾਰਥਾਂ ਦੀ ਬਹੁਤੀ ਇੱਛਾ ਨਹੀਂ ਰੱਖਦੇ। ਭਗਤ ਦਾ, ਪੂਰਨ ਸਾਧੂ ਦਾ, ਮਹਾਂਪੁਰਖ ਦਾ ਜੀਵਨ ਇਹੋ ਜਿਹਾ ਹੁੰਦਾ, ਸਾਧੂ ਬੈਠਾ ਹੋਵੇ, ਕੋਈ ਬਹੁਤੇ 2 4 10 ਲੋਕ ਇਕੱਠੇ ਹੋ ਕੇ ਆ ਜਾਣ, ਬਹੁਤੀਆਂ ਸੋਨੇ ਦੀਆਂ ਚਾਂਦੀ ਦੀਆਂ ਮਹਿੰਗੀਆਂ ਬਣੀਆਂ ਭੇਟਾਵਾਂ ਲੈ ਕੇ ਆਉਣ, ਮਹਿੰਗੀਆਂ ਪੋਸ਼ਾਕਾਂ ਲੈ ਕੇ ਆਉਣ, ਮਹਿੰਗੇ ਪਦਾਰਥ ਲੈ ਕੇ ਆਉਣ, ਫੁੱਲਾਂ ਦੀ ਵਰਖਾ ਕਰਨ, ਬਹੁਤ ਜ਼ਿਆਦਾ ਮਾਣ ਸਤਿਕਾਰ ਕਰਨ ਔਰ ਬਹੁਤੇ ਸਤਿਕਾਰ ਦੇ ਸ਼ਬਦ ਬੋਲ ਕੇ ਇੱਜ਼ਤ ਦੇਣ ਔਰ ਉਹ ਭੇਟਾਵਾਂ, ਉਹ ਪਦਾਰਥ ਮਹਾਂਪੁਰਖ ਦੇ ਅੱਗੇ ਰੱਖ ਕੇ ਉਹਨੂੰ ਕਹਿਣਾ ਤੁਹਾਡੇ ਲਈ ਭੇਟਾ ਲੈ ਕੇ ਆਏ ਹਾਂ। ਆਪ ਜੀ ਨੇ ਦਰਸ਼ਨ ਬਖਸ਼ੇ ਹੈ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ। ਸਾਨੂੰ ਗੁਰਸਿੱਖਾਂ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਬਖਸ਼ੋ। ਇੰਨਾ ਕਿ ਜ਼ਿਆਦਾ ਵਡਿਆਉਣ ਵੀ ਰੱਬ ਦੇ ਤੋਲੀ ਰੱਖ ਦੇਣ ਉਸਤਤ ਕਰਕੇ, ਪਰ ਉਸ ਸਾਧੂ ਦੀ ਬਿਰਤੀ, ਉਹਦੀ ਸੁਰਤ, ਉਹਦੀ ਉਪਰਾਮਤਾ ਇੰਨੀ ਕੁ ਹੋਵੇ, ਇੰਨੀ ਇੱਜ਼ਤ ਰੱਖਣ ਵਾਲੇ, ਇੰਨਾ ਸਤਿਕਾਰ ਕਰਨ ਵਾਲੇ, ਇੰਨੀਆਂ ਮਹਿੰਗੀਆਂ ਭੇਟਾਵਾਂ ਵੇਖ ਕੇ, ਪਦਾਰਥ ਵੇਖ ਕੇ ਵੀ ਉਹ ਮਹਾਂਪੁਰਖ ਉਹਨਾਂ ਨਾਲ ਮੋਹ ਨਾ ਕਰੇ, ਉਹਨਾਂ ਪਦਾਰਥਾਂ ਦਾ ਮੋਹ ਨਾ ਜਾਗੇ, ਨਾ ਹੋਵੇ ਵੀ ਦਵਾ ਦਵ ਭੇਟਾਵਾਂ ਹੀ ਸਾਂਭਣ ਲੱਗ ਪਵੇ, ਬਹੁਤਾ ਖੁਸ਼ ਨਾ ਹੋਵੇ ਇੰਨਾ ਕੁਝ ਵੇਖ ਕੇ। ਉਹ ਚਲੇ ਜਾਣ, ਭੇਟਾਵਾਂ ਰੱਖ ਕੇ ਪਿੱਛੇ 2 4 ਨਿੰਦਕ ਆ ਜਾਣ ਦੂਸਰੀ ਵਾਰੀ, ਉਹ ਆ ਕੇ ਉਸ ਦੀ ਰੱਜ ਕੇ ਨਿੰਦਿਆ ਕਰਨ, ਪਖੰਡੀ ਹੈ, ਹੋਰ ਭੈੜੇ ਸ਼ਬਦ ਵਰਤਨ, ਬਹੁਤ ਮਾੜਾ ਚੰਗਾ ਬੋਲਣ, ਨਿੰਦਕ ਰੂਪ ਵਿੱਚ ਆ ਕੇ ਬਹੁਤੀ ਨਿੰਦਿਆ ਕਰਕੇ ਉਹਦਾ ਨਿਰਾਦਰ ਕਰ ਦੇਣ। ਸਾਧੂ ਉਹ ਹੈ, ਫਿਰ ਵੀ ਇਕਾਗਰਤਾ ਵਿੱਚ ਬੈਠਾ ਹੋਇਆ ਨਾਮ ਜਪੀ ਜਾਵੇ। ਫਿਰ ਇਹ ਨਾ ਹੋਵੇ ਵੀ ਹੁਣ ਗੁੱਸੇ ਵਿੱਚ ਆਣ ਕੇ ਉਹਨਾਂ ਦੇ ਗਲ ਪੈਣ ਨੂੰ ਫਿਰਦਾ ਹੈ। ਭਾਵ ਕੰਚਨ ਮਾਟੀ ਮਾਨੈ, ਇਹੋ ਜਿਹਾ ਜੀਵਨ ਹੋਵੇ। ਨਾ ਸੋਨੇ ਨਾਲ ਮੋਹ ਹੈ, ਨਾ ਮਿੱਟੀ ਤੋਂ ਡਰਦਾ ਹੈ। ਸੋਨਾ ਔਰ ਮਿੱਟੀ ਸਮਾਨ ਕਰਕੇ ਜਾਣੇ, ਸਮਬਿਰਤੀ ਦਾ ਮਾਲਕ ਹੋਵੇ।
ਨਾ ਉਸਤਤ ਵਿੱਚ ਖੁਸ਼ ਹੈ, ਨਾ ਕਿਸੇ ਨੇ ਨਿੰਦਿਆ ਕਰ ਦਿੱਤੀ ਤਾਂ ਦੁਖੀ ਹੈ। ਉਪਰਾਮਤਾ ਰੱਖੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੰਨਾ ਰੰਗਿਆ ਹੋਇਆ ਹੋਵੇ, ਗੁਣਾ ਸ਼ੁਭ ਗੁਣਾ ਵਿੱਚ ਇੰਨਾ ਰੰਗਿਆ ਹੋਇਆ ਹੋਵੇ। ਐਸਾ ਜਿਹੜਾ ਭਗਤ ਹੈ ਉਹਦੇ ਕੋਲ ਨਾਮ ਦਾ ਹੀ ਧਨ ਮਿਲੇਗਾ ਤੁਹਾਨੂੰ। ਉਹਦੇ ਕੋਲ ਜਾ ਕੇ ਵਿਚਾਰ ਕਰੋਗੇ ਪੂਰੇ ਸਾਧੂ ਮਹਾਂਪੁਰਖ ਭਗਤ ਜਨ ਦੇ ਕੋਲ, ਤਾਂ ਨਾਮ ਦੀ ਉਸਤਤ ਕਰੇਗਾ, ਆਪਣੀ ਉਸਤਤ ਨਹੀਂ ਕਰਦਾ ਹੈ। ਨਾਮ ਦੇ ਨਾਲ ਸਤਿਗੁਰੂ ਜੀ ਦੀ ਵਡਿਆਈ ਦੇ ਨਾਲ ਜੋੜਦੇ ਹੈ, ਤਾਂ ਜੋੜਦੇ ਹੈ ਕਿਉਂਕਿ ਉਹਨਾਂ ਦੇ ਕੋਲ ਹੈ ਹੀ ਨਾਮ ਦਾ ਖਜ਼ਾਨਾ, ਨਾਮ ਦਾ ਧਨ। ਗੁਰਪੂਛ ਕਰਹਿ ਵਪਾਰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਕੇ ਨਾਮ ਦਾ ਹੀ ਵਪਾਰ ਕਰਦੇ ਹਨ। ਭਾਵ ਨਾਮ ਦੀ ਹੀ ਦਾਤ ਅੱਗੇ ਗੁਰਸਿੱਖਾਂ ਵਿੱਚ ਵੰਡਦੇ ਹੈ ਪੂਰਨ ਸਾਧੂ ਮਹਾਂਪੁਰਖ। ਸੰਸਾਰੀ ਧੰਦਿਆਂ ਦੇ ਉਲਝਣਬਾਜ਼ੀ ਵਿੱਚ ਨਹੀਂ ਪੈਂਦੇ ਹਨ। ਐਸਾ ਉੱਚਾ ਔਰ ਸੁੱਚਾ ਪਾਕ ਜੀਵਨ ਹੁੰਦਾ ਉਹਨਾਂ ਸਾਧੂਆਂ ਦਾ। ਐਸੇ ਮਹਾਂਪੁਰਖ ਨਾਮ ਬਾਣੀ ਵਿੱਚ ਰੰਗੇ ਹੋਏ ਆਪਣਾ ਜੀਵਨ ਸਤਿਗੁਰੂ ਜੀ ਦੇ ਹੁਕਮ ਵਿੱਚ ਬਤੀਤ ਕਰਦੇ ਹੈ ਭਾਈ, ਗੁਰੂ ਕੀ ਰਜ਼ਾ ਵਿੱਚ ਰਹਿੰਦੇ ਹਨ। ਸਤਿਗੁਰੂ ਮਹਾਰਾਜ ਜੀ ਦਾ ਮਹਾਨ ਗੁਰਸਿੱਖ, ਬਹੁਤ ਹੀ ਸਨਮਾਨਯੋਗ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਭਾਈ ਗੜੀਆ ਜੀ ਦੀ ਤਰ੍ਹਾਂ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਗੁਰੂ ਹੁਕਮ ਵਿੱਚ ਰਹਿ ਕੇ ਸਾਧ ਮੁਰਾਦਾ ਜੀਵਨ ਬਤੀਤ ਕਰਦੇ ਹਨ। ਹਰ ਨਾਮ ਸਲਾਹਨ ਸਦਾ ਸਦਾ, ਵਖਰ ਹਰ ਨਾਮ ਆਧਾਰ। ਨਾਮ ਦੀ ਹੀ ਸਿਫਤ ਸਲਾਹੁਤਾ ਕਰਨੀ ਸਾਡਾ ਸੁਭਾਅ ਇਹ ਹੈ ਸੰਸਾਰੀਆਂ ਦਾ। ਅਸੀਂ ਸਲਾਹੁਤਾ ਉਹਦੀ ਕਰਦੇ, ਸਿਫਤ ਉਹਦੀ ਕਰਦੇ ਜਿਹੜਾ ਸਾਨੂੰ ਕੁਝ ਦਵੇ, ਜਿਹਦੇ ਕੋਲੋਂ ਸਾਨੂੰ ਕੁਝ ਲਾਭ ਹੋਵੇ ਅਸੀਂ ਉਹਦੀ ਵਡਿਆਈ ਕਰਦੇ ਹਾਂ। ਭਾਵੇਂ ਉਹਦੇ ਵਿੱਚ ਕੋਈ ਚੰਗਾ ਗੁਣ ਹੋਵੇ ਨਾ ਹੋਵੇ, ਪਰ ਜਿਸ ਬੰਦੇ ਤੋਂ ਸਾਨੂੰ ਕੁਝ ਮਿਲਦਾ ਹੈ ਅਸੀਂ ਉਹਦੀ ਫਿਰ ਐਵੇਂ ਉਸਤਤ ਕਰੀ ਜਾਂਦੇ ਵੀ ਫਲਾਣਾ ਤੇ ਬਹੁਤਾ ਹੀ ਚੰਗਾ ਹੈ। ਗੁਰਸਿੱਖ ਨੇ ਇਸ ਚੀਜ਼ ਤੋਂ ਉਪਰਾਮਤਾ ਰੱਖਣੀ ਹੈ, ਨਹੀਂ ਵੀ ਲਾਲਚ ਵਸ ਹੋਇਆ ਐਵੇਂ ਕਿਸੇ ਦੀ ਉਸਤਤ ਕਰੀ ਜਾਵੇ, ਝੂਠ ਹੀ ਬਣਾ ਕੇ ਗੱਲਾਂ ਉਸਤਤ ਵਿੱਚ ਕਰੀ ਜਾਵੇ ਤੇ ਝੂਠ ਹੀ ਕਿਸੇ ਦੀ ਨਿੰਦਿਆ ਕਰੀ ਜਾਵੇ। ਦੋਵੇਂ ਚੀਜ਼ਾਂ ਤੋਂ ਗੁਰਸਿੱਖ ਨੇ ਮੁਕਤ ਰਹਿਣਾ, ਪਰੇ ਰਹਿਣਾ। ਸੱਚ ਇਹ ਹੈ ਵੀ ਅਸੀਂ ਬਾਣੀ ਵੀ ਉਦੋਂ ਪੜ੍ਹਦੇ ਜਦੋਂ ਸਾਨੂੰ ਕੋਈ ਲਾਲਚ ਹੁੰਦਾ ਹੈ, ਜਦੋਂ ਸਾਡੀ ਕੋਈ ਇੱਛਾ ਹੋਵੇ, ਕੋਈ ਸਾਨੂੰ ਕਹਿ ਦਵੇ ਨਾ ਵੀ ਫਲਾਣਿਆਂ ਜੇ ਆਹ ਇੱਛਾ ਪ੍ਰਾਪਤ ਕਰਨੀ ਤੇ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰ ਲਗਾਤਾਰ, ਤੇ ਅਸੀਂ ਉਸ ਸਮੇਂ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਔਰ ਜਦੋਂ ਉਹ ਆਸ ਪੂਰੀ ਹੋ ਜਾਵੇ, ਕੰਮ ਸਾਡਾ ਨਿਬੜ ਜਾਵੇ, ਉਸ ਤੋਂ ਬਾਅਦ ਫਿਰ ਸਾਨੂੰ ਬਾਣੀ ਦੀ ਯਾਦ ਵਿਸਰ ਜਾਂਦੀ ਹੈ। ਬਹੁਤ ਲੋਕ ਇਸ ਤਰ੍ਹਾਂ ਕਰਦੇ ਐ ਸੰਸਾਰ ਦੇ ਅੰਦਰ। ਆਪਣੇ ਲਾਲਚ ਵਸ ਹੋ ਕੇ ਗੁਰਬਾਣੀ ਨਾ ਪੜ੍ਹਿਆ ਕਰੀਏ। ਕਾਮ ਪਰੈ ਤਉ ਸਿਮਰੀਐ, ਐਸਾ ਸਿਮਰਹੁ ਨਿਤ। ਲੋੜ ਪੈਣ ਤੇ ਜਿਸ ਮਾਲਕ ਨੂੰ ਯਾਦ ਕਰਦੇ ਐ, ਮਹਾਰਾਜ ਕਹਿੰਦੇ ਉਹਨੂੰ ਨੇਤੀ ਜਪਿਆ ਕਰੋ। ਲੋੜ ਪੈਣ ਤੇ ਯਾਦ ਕੀਤਾ, ਤੁਹਾਡੀ ਲੋੜ ਪੂਰੀ ਕਰ ਦਿੱਤੀ। ਇੱਥੋਂ ਹੀ ਸਮਝ ਲੈ ਲਓ, ਜੇ ਉਹਨੂੰ ਰੋਜ਼ ਯਾਦ ਕਰਾਂਗੇ ਉਹ ਕਿਸੇ ਦੇ ਮੁਹਤਾਜ ਹੋਣ ਹੀ ਨਹੀਂ ਦੇਣਗੇ, ਕਿਸੇ ਦੇ ਅੱਗੇ ਝੁਕਣ ਜੋਗਾ ਕਰਨਗੇ ਨਹੀਂ, ਆਪਣੇ ਦਰ ਤੋਂ ਹੀ ਸਾਰੀਆਂ ਬਖਸ਼ਿਸ਼ਾਂ ਕਰ ਦੇਣਗੇ। ਇਸ ਕਰਕੇ ਸੁਆਰਥੀ ਨਾ ਬਣੀਏ ਗੁਰਸਿੱਖੋ। ਕਿਸੇ ਦੇ ਦੱਸੇ ਤੇ 40 ਦਿਨ ਇਸ਼ਨਾਨ ਕਰਵਾਉਣਾ ਨਿਸ਼ਾਨ ਸਾਹਿਬ ਦਾ, ਜਾਂ ਗੁਰੂ ਘਰ ਵਿੱਚ ਕੋਈ ਸੇਵਾ ਕਰਨੀ, ਜਾਂ ਬਾਣੀ ਪੜ੍ਹਨੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਜਿੰਨੀ ਬਾਣੀ ਹੈ ਪੜ੍ਹ ਕੇ ਵੇਖੋ। ਕਿਤੇ ਇੱਕ ਵੀ ਪੰਕਤੀ ਤੁਹਾਨੂੰ ਇਸ ਤਰ੍ਹਾਂ ਦੀ ਮਿਲਦੀ ਹੈ ਜਿੱਥੇ ਲਿਖਿਆ ਹੋਵੇ ਵੀ ਕੰਮ ਪੈਣ ਤੇ ਇੰਨੇ ਕੁ ਦਿਨ ਹੀ ਯਾਦ ਕਰਨਾ ਹੈ। ਸਤਿਗੁਰੂ ਦੀ ਬਾਣੀ ਤਾਂ ਹਮੇਸ਼ਾ ਸਾਰੀ ਬਾਣੀ ਵਿੱਚ ਇਹ ਉਪਦੇਸ਼ ਮਿਲੇਗਾ। ਸਵਾਸ ਸਵਾਸ ਉਸ ਗੁਰਸਿੱਖ ਨੇ
ਜਿਨ੍ਹੇ ਬਾਣੀ ਦਾ ਲੜ ਫੜਿਆ ਹੋਇਆ ਸਵਾਸ ਸਵਾਸ ਅਕਾਲ ਪੁਰਖ ਦਾ ਨਾਮ ਜਪਣਾ ਹੈ। ਨਿਤਨੇਮ ਰੋਜ਼ ਕਰਨਾ ਜੀਵਨ ਦੇ ਅੰਦਰ। ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਤਾਂ ਰੋਜ਼ ਕਰੋ। ਗੁਰਬਾਣੀ ਦਾ ਜਾਪ ਅਭਿਆਸ ਰੋਜ਼ ਕਰਨਾ। ਸੇਵਾ ਰੋਜ਼ ਕਰਨੀ ਹੈ ਗੁਰੂ ਘਰ ਦੇ ਅੰਦਰ। ਗੁਰੂ ਸਾਹਿਬ ਦੇ ਦਰਸ਼ਨ ਵੀ ਰੋਜ਼ ਕਰਨੇ ਹਨ। ਸਤਿਗੁਰੂ ਜੀ ਦੀ ਸੰਗਤ ਵਿੱਚ ਵੀ ਰੋਜ਼ ਆ ਕੇ ਬੈਠਣਾ। ਕਿਤੇ ਵੀ ਇਹ ਨਹੀਂ ਕਿਹਾ ਹੋਇਆ ਵੀ ਲਾਲਚ ਵਸ ਜਾਂ ਲੋੜ ਪੈਣ 'ਤੇ ਹੀ ਇੱਥੇ ਆਉਣਾ ਨਹੀਂ। ਯਾਦ ਰੱਖੋ, ਜਿੱਥੇ ਤੁਹਾਡੀ ਧਨ ਨੇ, ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ, ਸੱਜਣਾ ਮਿੱਤਰਾਂ ਨੇ, ਕਿਸੇ ਨੇ ਬਾਂਹ ਨਹੀਂ ਨਾ ਫੜਨੀ। ਉੱਥੇ ਸਤਿਗੁਰੂ ਜੀ ਦੀ ਬਾਣੀ ਕੀਤੀ ਹੋਈ ਸੇਵਾ, ਸਤਿਗੁਰੂ ਜੀ ਦਾ ਨਾਮ ਹੀ ਤੁਹਾਡਾ ਸਹਾਈ ਹੋਵੇਗਾ। ਇਸ ਕਰਕੇ ਗੁਰਬਾਣੀ ਨੂੰ ਸਿਰਫ ਉਦੋਂ ਨਾ ਸਲਾਹਿਆ ਕਰੀਏ ਜਦੋਂ ਸਾਨੂੰ ਲੋੜ ਹੁੰਦੀ ਹੈ। ਸਿਫਤ ਸਲਾਹੁਤਾ ਗੁਰੂ ਦੀ ਹਰ ਸਮੇਂ ਕਰਿਆ ਕਰੋ। ਮੈਂ ਕਈ ਵਾਰ ਇਹ ਬੇਨਤੀ ਸੰਗਤ ਵਿੱਚ ਕਰਦਾ ਹੁੰਦਾ ਵੀ ਪੁਰਾਤਨ ਗੁਰਸਿੱਖਾਂ ਦਾ ਇਹ ਸੁਭਾਅ ਹੁੰਦਾ ਸੀ। ਉਹਨਾਂ ਨੇ ਜਿੱਥੇ ਵੀ ਬਹਿਣਾ ਨਾ, ਉੱਥੇ ਬੈਠ ਕੇ ਆਪਣੇ ਗੁਰੂ ਦੀ ਉਸਤਤ ਕਰਿਆ ਕਰਦੇ ਸਨ। ਜਦੋਂ 2-4 ਗੁਰਸਿੱਖ ਇਕੱਤਰ ਹੋ ਕੇ ਇਕੱਠੇ ਹੋ ਕੇ ਬਹਿੰਦੇ ਸਨ ਤਾਂ ਆਪਣੇ ਸਤਿਗੁਰਾਂ ਦੀ ਵਡਿਆਈ ਕਰਦੇ ਸਨ। ਉਹਦਾ ਲਾਹਾ ਇਹ ਹੁੰਦਾ ਸੀ, ਜਦੋਂ ਆਪਣੇ ਸਤਿਗੁਰਾਂ ਦੀ ਉਸਤਤ ਸਿੱਖ ਕਰਦੇ ਸਨ, ਆਉਣ ਜਾਣ ਵਾਲਾ ਕੋਈ ਰਾਹੀ ਉਹਨਾਂ ਗੁਰਸਿੱਖਾਂ ਦੀ ਰਸਨਾ ਤੋਂ ਸਤਿਗੁਰਾਂ ਦੀ ਵਡਿਆਈ ਸੁਣਦਾ ਸੀ ਤਾਂ ਉਹਦੇ ਮਨ ਵਿੱਚ ਚਾਅ ਪੈਦਾ ਹੁੰਦਾ ਸੀ, ਜਿਸ ਗੁਰੂ ਦੀ ਇਹ ਵਡਿਆਈ ਇੰਨੀ ਉੱਚੀ ਸੁੱਚੀ ਹੈ, ਉਸ ਗੁਰੂ ਦਾ ਰੁਤਬਾ ਕਿੱਡਾ ਮਹਾਨ ਹੋਵੇਗਾ, ਮੈਂ ਉਸ ਦੇ ਜਾ ਕੇ ਦੀਦਾਰ ਕਰਾਂ। ਅਨੇਕਾਂ ਗੁਰਸਿੱਖ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਰਨ ਪਾਹੋ ਲੈ ਕੇ ਗੁਰਸਿੱਖੀ ਧਾਰਨ ਕਰਦੇ ਸਨ। ਨਾਮ ਬਾਣੀ ਪੜ੍ਹਦੇ ਹੋਏ ਆਪਣਾ ਜੀਵਨ ਸਵਾਰ ਲੈਂਦੇ ਸਨ। ਪਰ ਮੁਆਫ ਕਰਿਓ, ਅੱਜ ਦਾ ਸਮਾਂ ਇਹੋ ਜਿਹਾ ਆ ਗਿਆ, ਸਾਡੀ ਬਦਕਿਸਮਤੀ ਹੈ ਵੀ ਅੱਜ ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਜੋਗੇ ਹੀ ਰਹਿ ਗਏ। ਸਟੇਜਾਂ ਤੋਂ ਇੱਕ ਦੂਸਰੇ ਨੂੰ ਨਿੰਦਣ ਜੋਗੇ ਹੀ ਰਹਿ ਗਏ। ਗੁਰਮਤਿ ਦਾ, ਗੁਰਸਿੱਖੀ ਦਾ, ਗੁਰਬਾਣੀ ਦਾ ਬੋਲ ਬਾਲਾ ਸਾਡੇ ਪ੍ਰਚਾਰਕ ਬਹੁਤ ਘੱਟ ਕਰਦੇ ਹੈ ਔਰ ਇੱਕ ਦੂਸਰੇ ਦੇ ਸ਼ਬਦਾਂ ਨੂੰ ਕੱਟਣ ਦੇ ਲਈ, ਇੱਕ ਦੂਸਰੇ ਦੀ ਵਿਚਾਰ ਦਾ ਵਿਰੋਧ ਕਰਨ ਦੇ ਲਈ ਜ਼ਿਆਦਾ ਬੋਲਦੇ ਹਨ। ਇਸ ਉਲਝਣ ਵਿੱਚ ਨਾ ਪਈਏ ਗੁਰਸਿੱਖੋ। ਸਾਨੂੰ ਮਹਾਰਾਜ ਨੇ ਇਹ ਪ੍ਰਚਾਰਕਾਂ ਦੀਆਂ ਮੰਜੀਆਂ 'ਤੇ ਥਾਪਿਆ ਹੋਇਆ, ਇਸ ਕਰਕੇ ਵੀ ਅਸੀਂ ਗੁਰਸਿੱਖੀ ਦਾ ਪ੍ਰਚਾਰ ਕਰੀਏ, ਗੁਰਬਾਣੀ ਦਾ ਪ੍ਰਚਾਰ ਕਰੀਏ, ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਵੱਧ ਚੜ੍ਹ ਕੇ ਸੇਵਾ ਨਿਭਾਈਏ। ਇਹ ਆਪੋ ਆਪਣੀ ਜ਼ਿੰਮੇਵਾਰੀ ਨੂੰ, ਇਹਨਾਂ ਸੇਵਾਵਾਂ ਨੂੰ ਸਾਂਭੀਏ। ਸਤਿਗੁਰੂ ਜੀ ਦੇ ਗੁਰਸਿੱਖ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਹੈ, ਗੁਰੂ ਉਸਤਤ ਕਰਿਆ ਕਰੋ, ਸ਼ਬਦ ਦੀ ਸਲਾਹੁਤਾ ਕਰਿਆ ਕਰੋ, ਸ਼ਬਦ ਨੂੰ ਸਲਾਹਿਆ ਕਰੋ। ਤੁਸੀਂ ਸ਼ਬਦ ਦੀ ਉਸਤਤ ਕਰੋ, ਮਹਾਰਾਜ ਤੁਹਾਡੀ ਉਸਤਤ ਕਰਵਾ ਦਿੰਦੇ ਹਨ। ਇਸ ਕਰਕੇ ਗੁਰਬਾਣੀ ਦੀ ਉਸਤਤ ਕਰਨ ਵਾਲੇ ਬੰਨਾ ਹਰ ਨਾਮ ਸਲਾਹਨ ਸਦਾ ਸਦਾ। ਉਹ ਗੁਰਸਿੱਖ ਭਗਤ ਗੁਰਮੁਖ ਪਿਆਰੇ ਹਮੇਸ਼ਾ ਸਦਾ ਹੀ ਹਰੀ ਪਰਮਾਤਮਾ ਦੇ ਅਕਾਲ ਪੁਰਖ ਜੀ ਦੇ ਨਾਮ ਨੂੰ ਸਲਾਹੁੰਦੇ ਹੈ, ਉਹਦੀ ਵਡਿਆਈ ਕਰਦੇ ਹਨ। ਵਖਰ ਹਰ ਨਾਮ ਆਧਾਰ, ਨਾਮ ਰੂਪੀ ਵਸਤੂ ਦਾ, ਨਾਮ ਦਾ ਹੀ ਆਧਾਰ ਲੈ ਕੇ ਚੱਲਦੇ, ਆਸਰਾ ਤੱਕਦੇ ਹਨ। ਉਹ ਗੁਰਸਿੱਖਾਂ ਦੀ ਅਰਦਾਸ ਇਹ ਹੁੰਦੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਮੈਂ ਆਪ ਜੀ ਨੂੰ ਅਰਜ਼ ਕਰਾਂ, ਸਾਡੀ ਅਰਦਾਸ ਇਹ ਹੋਣੀ ਚਾਹੀਦੀ ਸੀ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਜੀ ਕਿਸੇ ਨੂੰ ਹੋਵੇਗਾ ਕਿਸੇ ਪਖੰਡੀ ਦੇ ਧਾਰੀ ਦਾ ਆਸਰਾ, ਕਿਸੇ ਨੂੰ ਕਿਸੇ ਦੀ ਓਟ ਹੋਵੇਗੀ। ਮੈਂ ਤਾਂ ਗਰੀਬ ਜਿਹਾ ਸਿੱਖ ਆਪ ਜੀ ਦੇ ਦਰ 'ਤੇ ਆਇਆ, ਮੈਨੂੰ ਤਾਂ ਤੁਹਾਡੇ ਹੀ ਚਰਨਾਂ ਕਮਲਾਂ ਦਾ ਓਟ ਆਸਰਾ ਹੈ। ਜਦੋਂ ਇਸ ਤਰ੍ਹਾਂ ਸਮਰਪਿਤ ਹੋ ਕੇ ਸਿਰਫ ਔਰ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੱਕੋਗੇ, ਫਿਰ ਯਾਦ ਰੱਖੋ ਸਤਿਗੁਰੂ ਮਹਾਰਾਜ ਤੁਹਾਡੀ ਪਿੱਠ ਨਹੀਂ ਲੱਗਣ ਦੇਣਗੇ। ਭਾਈ ਮੱਖਣ ਸ਼ਾਹ ਲੁਬਾਣਾ
ਜਿਹਨੂੰ ਨਾਮ ਵੀ ਨਹੀਂ ਸੀ ਪਤਾ ਮਹਾਰਾਜ ਦਾ ਨਾਮ ਕੀ ਹੈ, ਭਰੋਸੇ ਦੇ ਨਾਲ ਬੇੜਾ ਡੁੱਬਦਾ ਹੋਇਆ ਸੀ, ਅਰਦਾਸ ਕੀਤੀ ਭਰੋਸਾ ਰੱਖ ਕੇ, ਸਤਿਗੁਰੂ ਜੀ ਨੂੰ ਧਿਆਇਆ ਤਾਂ ਮਹਾਰਾਜ ਉੱਥੇ ਜਾ ਕੇ ਸਹਾਈ ਹੋਏ। ਗੁਰਸਿੱਖੋ, ਤੁਹਾਡੇ ਕੋਲ ਤਾਂ ਬਹੁਤ ਕੁਝ ਦਿੱਤਾ ਮਹਾਰਾਜ ਨੇ, ਤੁਹਾਨੂੰ ਇਹ ਵੀ ਪਤਾ ਸਾਡੇ ਸਤਿਗੁਰੂ ਕੌਣ ਹਨ, ਕਿਸ ਸਰੂਪ ਦੇ ਅੰਦਰ ਹਨ, ਕਿਵੇਂ ਅਸੀਂ ਅਰਦਾਸ ਕਰਨੀ, ਕਿਵੇਂ ਕਿਹੜੇ ਅਸਥਾਨ 'ਤੇ ਜਾ ਕੇ ਕਿੱਦਾਂ ਸਤਿਗੁਰੂ ਜੀ ਦੇ ਅੱਗੇ ਤਰਲਾ ਪਾਉਣਾ, ਸਭ ਸੋਝੀਆਂ ਦਿੱਤੀਆਂ ਮਹਾਰਾਜ ਨੇ। ਨਾਮ ਦਾ ਵੀ ਪਤਾ, ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਜੇ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਛੱਡ ਕੇ ਕਿਸੇ ਹੋਰ ਨੂੰ ਧਿਆਈਏ ਫਿਰ ਸਾਡੀ ਮੂਰਖਤਾ ਹੈ। ਇਸ ਕਰਕੇ ਭਰੋਸਾ ਰੱਖ ਕੇ ਕੇਵਲ ਔਰ ਕੇਵਲ ਸਤਿਗੁਰੂ ਜੀ ਦੇ ਅੱਗੇ ਅਰਦਾਸ, ਮਹਾਰਾਜ ਜੀ ਦੀ ਨਾਮ ਬਾਣੀ ਦਾ ਹੀ ਆਧਾਰ ਆਸਰਾ ਲੈ ਕੇ ਓਟ ਲੈ ਕੇ ਚੱਲਿਆ ਕਰੋ ਜੀਵਨ ਵਿੱਚ। ਗੁਰ ਪੂਰੈ ਹਰਿ ਨਾਮ ਦ੍ਰਿੜਾਇਆ, ਹਰਿ ਭਗਤਾ ਅਟੁੱਟ ਭੰਡਾਰ। ਪੂਰੇ ਸਤਿਗੁਰੂ ਜੀ ਦੀ ਫਿਰ ਉਹਨਾਂ ਗੁਰਸਿੱਖਾਂ 'ਤੇ ਦਇਆ ਵਰਤਦੀ ਹੈ ਜਿਹੜੇ ਨਾਮ ਦਾ ਓਟ ਆਸਰਾ ਲੈਂਦੇ ਹਨ, ਨਾਮ ਦੇ ਆਧਾਰ ਚੱਲਦੇ ਹੈ, ਬਾਣੀ ਦੇ ਆਧਾਰ 'ਤੇ ਚੱਲਦੇ ਹਨ। ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਨਾਮ ਦਾ ਹੀ ਓਟ ਆਸਰਾ ਲਿਆ ਆਪਣੇ ਜੀਵਨ ਵਿੱਚ, ਔਰ ਇਹਨਾਂ ਨਾਮ ਦਾ ਆਸਰਾ ਲਿਆ, ਨਾਮ ਬਾਣੀ ਦੀ ਏਡੀ ਓਟ ਲੈ ਕੇ ਚੱਲੇ। ਗੁਰਬਾਣੀ ਵਿੱਚ ਇੰਨੇ ਕੁ ਰੰਗੇ ਗਏ ਵੀ ਅਖੀਰਲੇ ਸਵਾਸ ਤੱਕ ਜੀਵਨ ਨੂੰ ਤਿਆਗਣਾ ਤਾਂ ਪ੍ਰਵਾਨ ਕੀਤਾ ਹੈ, ਪਰ ਕੇਸਾਂ ਦੀ ਬੇਅਦਬੀ ਕਰਵਾਉਣੀ ਕੁਝ ਸਮੇਂ ਦੇ ਜੀਵਨ ਦੇ ਲਈ ਇਸ ਨੂੰ ਪ੍ਰਵਾਨਗੀ ਨਹੀਂ ਦਿੱਤੀ। ਨਾਮ ਬਾਣੀ ਅਖੀਰ ਤੱਕ ਓਟ ਆਸਰਾ ਲੈ ਕੇ ਸਵਾਸ ਸਵਾਸ ਜਪਦੇ ਹੋਏ ਗਏ, ਜੋ ਪੜ੍ਹਦੇ ਸਨ ਉਹ ਨਿਭਾ ਕੇ ਗਏ ਹਨ। ਇਸ ਤਰ੍ਹਾਂ ਦੇ ਗੁਰਸਿੱਖਾਂ ਦੇ ਉੱਪਰ ਮਹਾਰਾਜ ਦੀ ਮਹਾਨ ਦਇਆ ਵਰਤਦੀ ਹੈ। ਗੁਰਪੂਰੈ ਹਰਿ ਨਾਮ ਦ੍ਰਿੜਾਇਆ, ਇਹੋ ਜਿਹੇ ਮਹਾਨ ਮਹਾਂਪੁਰਖ ਤਪਸਵੀ ਗੁਰਸਿੱਖਾਂ ਨੂੰ, ਮਹਾਂਪੁਰਖਾਂ ਨੂੰ ਸਤਿਗੁਰੂ ਫਿਰ ਆਪਣੇ ਦਰ ਘਰ ਦਾ ਉੱਚਾ ਸੁੱਚਾ ਪਵਿੱਤਰ ਨਾਮ ਹੀ ਦ੍ਰਿੜ ਕਰਵਾ ਦਿੰਦੇ ਹਨ। ਉਹ ਨਾਮ ਦੇ ਆਧਾਰ 'ਤੇ, ਨਾਮ ਦੇ ਆਸ ਹੀ ਲੈ ਕੇ ਚੱਲਦੇ ਹੈ। ਨਾਮ ਤੋਂ ਬਿਨਾਂ ਉਹਨਾਂ ਨੂੰ ਕੋਈ ਕਵੇ ਨਾ ਦੂਜਾ ਮੰਤਰ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਆਹ ਮੰਤਰ ਪੜ੍ਹ ਲੈ, ਆਹ ਜਾਪ ਜਪ ਲੈ, ਨਹੀਂ ਕਿਸੇ ਹੋਰ ਦਾ ਜਾਪ ਨਹੀਂ ਜਪਦੇ, ਕੇਵਲ ਔਰ ਕੇਵਲ ਸਤਿਗੁਰੂ ਦੇ ਨਾਮ ਦਾ ਹੀ ਓਟ ਆਸਰਾ ਰੱਖਦੇ ਹਨ, ਨਾਮ ਹੀ ਜਪਦੇ ਹਨ। ਅਤੇ ਜਿਹੜੇ ਨਾਮ ਜਪਦੇ ਹੈ ਨਾ, ਹਰ ਵੇਲੇ ਬਾਣੀ ਪੜ੍ਹਦੇ ਹਨ, ਉਹਨਾਂ 'ਤੇ ਮਹਾਰਾਜ ਤਰਸ ਕਰ ਦਿੰਦੇ। ਬਾਣੀ ਦਾ ਬਚਨ, ਉਹਨਾਂ ਦੀ ਰਸਨਾ ਧਨਤਾ ਦੇ ਯੋਗ ਹੋ ਜਾਂਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਅਕਾਲ ਪੁਰਖ ਦੇ ਗੁਣ ਗਾਉਣ ਵਾਲੀ ਰਸਨਾ ਧਨ ਬਣ ਜਾਂਦੀ ਹੈ, ਧਨਤਾ ਦੇ ਯੋਗ, ਵਡਿਆਉਣ ਦੇ ਯੋਗ। ਇਹੀ ਰਸਨਾ ਹੈ, ਇਹੀ ਜ਼ੁਬਾਨ ਹੈ। ਜੇ ਤਾਂ ਉਸਤਤ ਕਰੇ ਤਾਂ ਧਨ ਹੈ, ਜੇ ਰੱਬ ਦੇ ਗੁਣਾਂ ਨੂੰ ਨਾ ਗਾਵੇ, ਨਿੰਦਿਆ ਵਿੱਚ ਲੱਗ ਜਾਵੇ, ਰਸਾਂ ਕਸਾਂ ਦੇ ਸਵਾਦ ਵਿੱਚ ਲੱਗ ਜਾਵੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਹਰ ਹਾਂ, ਜਬ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਫਿਰ ਇਹਨੂੰ ਘਾਟਾ ਹੈ, ਨਿੱਕੇ ਨਿੱਕੇ ਟੁਕੜੇ ਕਰ ਦੋ, ਇਹਦਾ ਕੀ ਲਾਹਾ ਜੇ ਨੇ ਨਾਮ ਹੀ ਨਹੀਂ ਜਪਣਾ, ਜੇ ਉਸਤਤ ਹੀ ਨਹੀਂ ਕਰ ਸਕਦੀ। ਇਸ ਕਰਕੇ ਆਪਣੀ ਰਸਨਾ ਨੂੰ ਸਫਲੀ ਬਣਾ ਲੈਂਦੇ, ਨਾਮ ਦ੍ਰਿੜ ਕਰ ਲੈਂਦੇ ਹਨ। ਹਰ ਭਗਤਾ ਅਟੁੱਟ ਭੰਡਾਰ, ਹਰੀ ਦੇ ਭਗਤਾਂ ਕੋਲ ਨਾਮ ਦਾ ਭੰਡਾਰਾ ਅਟੁੱਟ ਹੁੰਦਾ ਹੈ। ਜਪਦੇ ਰਹਿੰਦੇ ਹੈ, ਵੰਡਦੇ ਵੀ ਰਹਿੰਦੇ ਹਨ, ਆਪ ਵੀ ਧਿਆਉਂਦੇ ਹੈ। ਜੇ ਕੋਈ ਸ਼ਰਨ ਵਿੱਚ ਆ ਜਾਵੇ, ਆ ਕੇ ਅਰਦਾਸ ਬੇਨਤੀ ਕਰੇ, ਸਤਿਗੁਰੂ ਜੀ ਦੇ ਨਾਲ ਮਿਲਣ ਦੇ ਲਈ ਤਰਲਾ ਪਾਵੇ, ਉਹਦੇ 'ਤੇ ਵੀ ਉਹ ਮਹਾਂਪੁਰਖ ਪੂਰਨ ਗੁਰਸਿੱਖ ਕਿਰਪਾ ਕਰਕੇ ਉਹਨੂੰ ਨਾਮ ਦੀ ਦਾਤ ਦੇ ਕੇ, ਬਾਣੀ ਦੇ ਨਾਲ ਜੋੜ ਕੇ
ਗੁਰੂ ਸਾਹਿਬ ਦੇ ਘਰ ਦਾ ਰਸਤਾ ਦਿਖਾ ਦਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਓਟ ਆਸਰਾ ਉਹਨਾਂ ਨੂੰ ਦੇ ਦਿੰਦੇ ਹੈ। ਗੁਰਬਾਣੀ ਦੇ ਆਧਾਰ 'ਤੇ ਚੱਲੋ, ਮਹਾਰਾਜ ਨਾਲ ਮਿਲਾਪ ਜ਼ਰੂਰ ਹੋਵੇਗਾ। ਇਸ ਤਰ੍ਹਾਂ ਸੋਝੀ ਬਖਸ਼ ਦਿੰਦੇ। ਉਹਨਾਂ ਕੋ ਭੰਡਾਰੇ ਅਟੁੱਟ ਹੁੰਦੇ ਹੈ। ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਵੀ ਘਾਟ ਨਹੀਂ ਰਹਿੰਦੀ ਉਸ ਘਰ ਦੇ ਅੰਦਰ। ਫਿਰ ਭਾਈ ਰੇ ਇਸ ਮਨ ਕਉ ਸਮਝਾਏ। ਮਹਾਰਾਜ ਉਪਦੇਸ਼ ਬਖਸ਼ਦਿਆਂ ਹੋਇਆ ਕਿੱਡਾ ਪਾਕ ਤੇ ਸੋਹਣਾ ਪ੍ਰੇਮ ਵਾਲਾ ਸ਼ਬਦ ਵਰਤ ਰਹੇ ਹੈ। ਭਾਈ ਰੇ, ਸਤਿਗੁਰੂ ਮਹਾਰਾਜ ਕਹਿੰਦੇ ਇਸ ਮਨ ਨੂੰ ਸਮਝਾਇਆ ਕਰੋ। ਸਭ ਤੋਂ ਵੱਡੀ ਸ਼ੈਤਾਨੀ ਮਾਨੀ ਕਰਦਾ ਨਾ। ਬਾਣੀ ਕਈ ਵਾਰੀ ਮਨ ਵਿੱਚ ਖਿਆਲ ਆਉਂਦਾ, ਨਿਤਨੇਮ ਕਰੀਏ, ਬਾਣੀ ਪੜ੍ਹੀਏ, ਖਿਨ ਸਮੇਂ ਲਈ ਇਹ ਖਿਆਲ ਆਉਂਦਾ, ਖਿਨ ਸਮੇਂ ਦੇ ਵਿੱਚ ਹੀ ਫਿਰ ਚਲਿਆ ਜਾਂਦਾ ਹੈ। ਕਈ ਵਾਰ ਮਨ ਬਣਦਾ ਚਲੋ ਗੁਰੂ ਘਰ ਜਾ ਕੇ ਦਰਸ਼ਨ ਕਰਕੇ ਆਈਏ, ਸਤਿਗੁਰੂ ਜੀ ਦੇ ਘਰ ਦੇ ਸੇਵਾ ਕਰਕੇ ਆਈਏ। ਥੋੜ੍ਹੇ ਸਮੇਂ ਲਈ ਇਹ ਪਵਿੱਤਰ ਖਿਆਲ ਆਉਂਦਾ, ਫਿਰ ਉੱਡ ਜਾਂਦਾ, ਫਿਰ ਦਵਾ ਦਾ ਮਨ ਦੂਜੇ ਪਾਸੇ ਲੱਗ ਜਾਂਦਾ ਬੁਰਾਈਆਂ ਦੇ ਵਿੱਚ। ਮਨ ਨੂੰ ਸਮਝਾਇਆ ਕਰੀਏ। ਇਹ ਸ਼ਬਦ ਦਾ ਅਸਰ ਆਪਣੇ ਮਨ 'ਤੇ ਕਰਾਂਗੇ, ਮਨ 'ਤੇ ਜ਼ੋਰ ਪਾਵਾਂਗੇ, ਫਿਰ ਜਾ ਕੇ ਗੁਰਬਾਣੀ ਵਾਲੇ ਪਾਸੇ ਜੁੜਿਆ ਜਾਣਾ, ਫਿਰ ਜਾ ਕੇ ਸ਼ਬਦ ਦੀ ਕਮਾਈ ਹੋਵੇਗੀ। ਜੇ ਇਹਨੂੰ ਕਹੀਏ ਨਾ ਵੀ ਇਹ ਸ਼ਬਦ ਸਿਰਫ ਕੰਨਾਂ ਤੱਕ ਹੀ ਸੀਮਤ ਰੱਖਣਾ, ਸੁਣ ਕੇ ਚਲੇ ਗਏ, ਮਨ 'ਤੇ ਅਸਰ ਹੋਣ ਹੀ ਨਾ ਦਿੱਤਾ, ਮਨ ਵਾਲੇ ਪਾਸੇ ਨੂੰ, ਮਨ ਨੂੰ ਜੋੜਿਆ ਹੀ ਨਾ। ਜਦੋਂ ਆਰੰਭ ਹੁੰਦੀ ਕਥਾ, ਕੋਈ ਵੀ ਸਿੰਘ ਕਥਾ ਆਰੰਭ ਕਰੇ ਤਾਂ ਇਹ ਸ਼ਬਦ ਵਰਤੇ ਜਾਂਦੇ, ਮਨ ਚਿੱਤ ਬਿਰਤੀ ਦੀ ਇਕਾਗਰਤਾ। ਇਹਦਾ ਮਤਲਬ ਇਹ ਹੁੰਦਾ ਮਨ ਔਰ ਚਿੱਤ ਹਿਰਦਾ ਜੋੜ ਕੇ ਗੁਰਬਾਣੀ ਦੇ ਸ਼ਬਦ ਨਾਲ ਸੁਣਿਓ, ਤਾਂ ਕਿ ਗੁਰਬਾਣੀ ਦਾ ਸ਼ਬਦ ਕੰਨਾਂ ਰੂਪੀ ਡੋਨਿਆਂ ਦੇ ਨਾਲ ਤੁਹਾਡੇ ਮਨ ਰੂਪੀ ਭਾਂਡੇ ਤੱਕ ਪਹੁੰਚ ਸਕੇ। ਮਨ 'ਤੇ ਅਸਰ ਹੋਵੇਗਾ ਉਦੋਂ ਜਦੋਂ ਇਕਾਗਰਤਾ ਨਾਲ ਜੁੜ ਕੇ ਬਵਾਂਗੇ। ਗੁਰਸਿੱਖੋ, ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਹੈ ਮਹਾਰਾਜ ਨੇ ਨਿਤਨੇਮ ਕਰਨ ਦੇ ਸਮੇਂ। ਬਾਣੀ ਵਿੱਚ ਰੋਜ਼ ਪੜ੍ਹੀ ਦਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹਦਾ ਕੀ ਕਾਰਨ ਹੈ? ਬਾਣੀ ਕਿਸੇ ਬੰਦਿਸ਼ ਵਿੱਚ ਤਾਂ ਹੈ ਨਹੀਂ। ਕਈ ਵਾਰੀ ਇਹ ਸੰਗਤ ਵਿੱਚੋਂ ਕੋਈ ਸਵਾਲ ਖੜਾ ਕਰ ਲੈਂਦਾ ਜਾਂ ਮਨ ਵਿੱਚ ਕਿਸੇ ਦੇ ਵਿਚਾਰ ਆ ਜਾਂਦੀ ਵੀ ਗੁਰਬਾਣੀ ਦਾ ਕੋਈ ਸਮਾਂ ਬੱਧਾ ਹੋਇਆ ਹੈ। ਨਹੀਂ, ਗੁਰਬਾਣੀ ਸਮੇਂ ਦੇ ਅਧੀਨ ਨਹੀਂ ਹੈ। ਗੁਰਬਾਣੀ ਨੂੰ ਤਾਂ ਗੁਰਸਿੱਖਾਂ ਨੂੰ ਉਪਦੇਸ਼ ਹੈ, ਬਹਿੰਦਿਆਂ ਉੱਠਦਿਆਂ ਹੀ ਜਪਿਆ ਕਰੋ। ਅੰਮ੍ਰਿਤ ਵੇਲੇ ਨਿਤਨੇਮ ਕਰਨ ਲਈ ਕਿਹਾ ਮਹਾਰਾਜ ਨੇ, ਸੱਚੇ ਨਾਮ ਦੀ ਉਸਤਤ ਕਰਨ ਵਾਸਤੇ ਕਿਹਾ। ਉਹਦਾ ਕਾਰਨ ਇਹ ਹੈ, ਜਦੋਂ ਅੰਮ੍ਰਿਤ ਵੇਲੇ ਉੱਠੀ ਦਾ ਨਾ ਇਕਾਗਰਤਾ ਹੁੰਦੀ ਹੈ, ਇਕਾਂਤ ਹੁੰਦਾ ਹੈ। ਜਦੋਂ ਉਸ ਇਕਾਗਰਤਾ ਦੇ ਵਿੱਚ, ਇਕਾਂਤ ਵਿੱਚ ਉੱਠ ਕੇ ਇਸ਼ਨਾਨ ਪਾਨ ਕਰਕੇ, ਚੌਂਕੜਾ ਲਾ ਕੇ, ਗੁਰਸਿੱਖ ਗੁਟਕਾ ਸਾਹਿਬ ਲੈ ਕੇ, ਬਾਣੀ ਦੀ ਪੋਥੀ ਲੈ ਕੇ ਬਵੇਗਾ, ਗੁਰਬਾਣੀ ਦੀਆਂ ਪੰਕਤੀਆਂ ਨੂੰ ਧੀਰਜ ਨਾਲ ਆਰੰਭ ਕਰਕੇ ਪੜ੍ਹਨਾ ਸ਼ੁਰੂ ਕਰੇਗਾ, ਜਾਪ ਸ਼ੁਰੂ ਕਰੇਗਾ, ਤਾਂ ਮਨ ਜਿਹੜਾ ਹੈ ਗੁਰੂ ਵਾਲੇ ਪਾਸੇ ਨੂੰ ਜੁੜਨਾ ਸ਼ੁਰੂ ਹੋਵੇਗਾ। ਮਨ ਦੀ ਇਕਾਗਰਤਾ ਬਣੀ ਰਹਿੰਦੀ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ, ਲੋਕ ਪਾਠ ਤਾਂ ਕਰਨਾ ਚਾਹੁੰਦੇ ਐ, ਫਿਰ ਕਦੇ ਕਿਸੇ ਦਾ ਫੋਨ ਆ ਗਿਆ, ਬਾਣੀ ਪੜ੍ਹਦਿਆਂ ਕਦੇ ਕਿਸੇ ਨੇ ਆਵਾਜ਼ ਦੇ ਦਿੱਤੀ, ਕਦੇ ਕੋਈ ਰੌਲਾ, ਕਦੇ ਕੁਝ। ਇਸ ਤਰ੍ਹਾਂ ਮਨ ਫਿਰ ਜੁੜਦਾ ਨਹੀਂ, ਬਾਣੀ ਪੜ੍ਹਨ ਲੱਗਿਆਂ ਇਕਾਗਰਤਾ ਨਹੀਂ ਬਣਦੀ ਹੈ। ਇਸ ਲਈ ਗੁਰਬਾਣੀ ਦਾ ਨਿਤਨੇਮ ਕਰਨ ਵੇਲੇ ਸਭ ਤੋਂ ਵੱਧ ਜ਼ਰੂਰਤ ਹੁੰਦੀ ਇਕਾਂਤ ਦੀ ਔਰ ਇਕਾਗਰਤਾ ਦੀ। ਜਦੋਂ ਇਕਾਗਰਤਾ ਵਿੱਚ ਬਹਿ ਕੇ ਬਾਣੀ ਦਾ ਜਾਪ ਕਰਾਂਗੇ, ਮਨ ਗੁਰੂ ਵਾਲੇ ਪਾਸੇ ਨੂੰ ਜੁੜੇਗਾ ਜ਼ਰੂਰ, ਸਤਿਗੁਰੂ ਜੀ ਦੀ ਦਇਆ ਵਰਤੇਗੀ। ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾਓ, ਗੁਰਬਾਣੀ ਦੇ ਸ਼ਬਦ ਸੁਣਾ ਕੇ, ਗੁਰ ਇਤਿਹਾਸ ਦੀ ਕਥਾ ਸੁਣਾ ਕੇ, ਗੁਰੂ ਸਾਹਿਬ ਦੇ ਵਿਚਾਰ ਸੁਣਾ ਕੇ ਮਨ ਨੂੰ ਭੈੜੇ ਪਾਸੇ ਤੋਂ ਰੋਕਿਆ ਕਰੀਏ। ਮਨ ਲੋਚੈ ਬੁਰਾਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ।
ਗੁਰੂ ਸਾਹਿਬ ਦੇ ਸ਼ਬਦ ਦੁਆਰਾ, ਬਾਣੀ ਦੁਆਰਾ ਇਸ ਮਨ ਨੂੰ ਰੋਕਿਆ ਕਰੀਏ। ਮਨਾ ਨਹੀਂ, ਆ ਗੁਨਾਹ ਕਰੇਗਾ ਇਹਦੀ ਸਜ਼ਾ ਬੜੀ ਭਾਰੀ ਮਿਲੇਗੀ। ਇਸ ਕਰਕੇ ਨਾਮ ਵਾਲੇ ਪਾਸੇ ਜੁੜ, ਬਾਣੀ ਵਾਲੇ ਪਾਸੇ ਜੁੜ, ਸ਼ੁਭ ਗੁਣਾਂ ਦਾ ਧਾਰਨੀ ਹੋ। ਜਿੱਦਣ ਮਨ ਸਮਝ ਗਿਆ ਮਨ ਜੀਤਾ ਜਗ ਜੀਤ, ਫਿਰ ਜੇਤੀ ਜਿੱਤ ਹੈ। ਔਰ ਮਨ ਜਿੱਤਿਆ ਵੀ ਉਦੋਂ ਜਾਂਦਾ ਜਦੋਂ ਗੁਰੂ ਕਿਰਪਾ ਹੋਵੇ। ਗੁਰੂ ਕਿਰਪਾ ਉਦੋਂ ਹੁੰਦੀ ਜਦੋਂ ਗੁਰੂ ਕੇ ਹੁਕਮ ਵਿੱਚ ਆਈਏ, ਗੁਰੂ ਸਾਹਿਬ ਦੇ ਭਾਣੇ ਵਿੱਚ ਆਈਏ। ਇਸ ਕਰਕੇ ਮਨ ਸਮਝਾ ਕੇ ਭਾਈ ਰੇ, ਇਸ ਮਨ ਕੋ ਸਮਝਾਏ, ਇਸ ਮਨ ਨੂੰ ਸਮਝਾਉਣਾ ਕਰ ਗੁਰੂ ਸ਼ਬਦ ਦੁਆਰਾ। ਏ ਮਨ ਆਲਸ ਕਿਆ ਕਰ ਹੈ, ਗੁਰਮੁਖ ਨਾਮ ਧਿਆਏ। ਸਮਝਾਉਣਾ ਕਰ, ਹੈ ਮੇਰਿਆ ਮਨਾ, ਆਲਸ ਕਿਉਂ ਕਰਦਾ, ਕਾਹਦੇ ਲਈ ਕਰਦਾ? ਆਲਸੀ ਹੋ ਕੇ ਨਾਮ ਵਾਲੇ ਪਾਸੇ ਤੋਂ ਦੂਸਰੇ ਪਾਸੇ ਨੂੰ ਤੁਰ ਪਿਆ। ਨਾਮ ਦਾ ਵੇਲਾ ਹੁੰਦਾ, ਰੱਜ ਰੱਜ ਕੇ ਨੀਂਦ ਮਾਣਦਾ ਸੌਂਦਾ। ਨਾਮ ਬਾਣੀ ਦਾ ਸੇਵਾ ਦਾ ਵੇਲਾ ਹੁੰਦਾ, ਜਾਗ ਹੀ ਨਹੀਂ ਆਉਂਦੀ। ਵਿਕਾਰ ਭੋਗਣੇ ਹੋਣ, ਨਿੰਦਿਆ ਕਰਨੀ ਹੋਵੇ, ਸਾਰੀ ਰਾਤ ਹੀ ਬੈਠਾ ਰਹਿੰਦਾ, ਜਾਗਦਾ ਰਹੇਗਾ, ਕੋਈ ਤਕਲੀਫ ਨਹੀਂ, ਕੋਈ ਨੀਂਦ ਨਹੀਂ। ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਵੇਲੇ ਫਿਰ ਲੰਮੇ ਪੈ ਜਾਂਦਾ, ਸੌਂ ਜਾਂਦਾ, ਨੀਂਦ ਆ ਰਹੀ, ਆਲਸ ਆ ਜਾਂਦਾ ਹੈ। ਮਹਾਰਾਜ ਤਰਸ ਕਰੋ, ਦਇਆ ਕਰੋ, ਸਾਡਾ ਮਨ ਜਿਹੜਾ ਨਾਮ ਵਾਲੇ ਪਾਸੇ ਨੂੰ ਜੁੜੇ, ਉਦਮ ਬਖਸ਼ੋ। ਗੁਰਸਿੱਖੋ ਸਾਨੂੰ ਕੀਰਤਨ ਸੋਹਿਲੇ ਦੀ ਦਾਤ ਦਿੱਤੀ ਹੈ ਮਹਾਰਾਜ ਨੇ। ਸੌਣ ਵੇਲੇ ਦਾ ਨਿਤਨੇਮ ਬੜਾ ਵੱਡਾ ਉਹਦਾ ਮਹਾਤਮ ਹੈ। ਕੀਰਤਨ ਸੋਹਿਲਾ ਪੜ੍ਹ ਕੇ ਜਦੋਂ ਅਰਦਾਸ ਕਰੀਏ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਈਏ, ਸਤਿਗੁਰੂ ਜੀ ਤਰਸ ਕਰਿਓ, ਰਾਤ ਆਈ ਹੈ, ਚਾਰ ਪੈਰ ਸੁੱਖਾਂ ਭਰੀ, ਆਪ ਜੀ ਕੇ ਹੁਕਮ ਵਿੱਚ ਬਤੀਤ ਹੋਵੇ। ਸਤਿਗੁਰੂ ਜੇ ਕੱਲ ਤੱਕ ਸਵਾਸ ਰਹੇ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਓ, ਅੰਮ੍ਰਿਤ ਵੇਲੇ ਨਿਤਨੇਮ ਕਰਨ ਦਾ ਬਲ ਬਖਸ਼ਿਸ਼ ਕਰਿਓ। ਮੈਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੂਰੇ ਭਰੋਸੇ ਨਾਲ ਇਹ ਬੇਨਤੀ ਆਪ ਜੀ ਨੂੰ ਕਰਦਾ। ਜਦੋਂ ਰਾਤ ਨੂੰ ਕੀਰਤਨ ਸੋਹਿਲਾ ਪੜ੍ਹ ਕੇ ਅਰਦਾਸ ਕਰਕੇ ਸੌਵੋਗੇ, ਸਵੇਰੇ ਅੰਮ੍ਰਿਤ ਵੇਲੇ ਇੱਕ ਵਾਰੀ ਜਾਗ ਜ਼ਰੂਰ ਆਉਂਦੀ ਹੈ। ਜ਼ਰੂਰ ਤੁਹਾਨੂੰ ਜਾਗ ਆਵੇਗੀ ਵੀ ਅੰਮ੍ਰਿਤ ਵੇਲਾ ਹੋ ਗਿਆ, ਉੱਠੀਏ। ਬਾਅਦ ਵਿੱਚ ਉੱਠੋ ਨਾ ਉੱਠੋ ਤੁਹਾਡੇ 'ਤੇ ਹੈ, ਪਰ ਇੱਕ ਵਾਰੀ ਬੰਦਾ ਸੁਚੇਤ ਹੋ ਜਾਂਦਾ, ਜਾਗ ਆ ਜਾਂਦੀ ਅੰਮ੍ਰਿਤ ਵੇਲੇ। ਗੁਰੂ ਕੀ ਬਾਣੀ ਵਿੱਚ ਏਡੀਆਂ ਬਖਸ਼ਿਸ਼ਾਂ ਹਨ, ਰਹਿਮਤਾਂ ਹਨ। ਇਸ ਕਰਕੇ ਫਿਰ ਮਹਾਤਮ ਇਹ ਵੀ ਦੱਸਦੇ ਹੈ ਮਹਾਂਪੁਰਖ, ਕਹਿੰਦੇ ਸੁੱਤਾ ਹੋਇਆ ਜੇ ਕੋਈ ਪੁਰਾਣੀ ਚੜ੍ਹਾਈ ਵੀ ਕਰ ਜਾਵੇ ਨਾ, ਜੇ ਕੀਰਤਨ ਸੋਹਿਲੇ ਦਾ ਜਾਪ ਕੀਤਾ ਹੋਵੇ ਤਾਂ ਟੇਢੀਆਂ ਜੂਨਾਂ ਤੋਂ ਬਚ ਜਾਂਦਾ, ਟੇਢੀਆਂ ਜੂਨਾਂ ਵਿੱਚ ਨਹੀਂ ਪੈਂਦਾ ਹੈ। ਐਸੀ ਬਾਣੀ ਸਹਾਇਤਾ ਕਰਦੀ ਹੈ ਫਿਰ ਗੁਰਸਿੱਖਾਂ ਦੀ। ਇਸ ਕਰਕੇ ਬਾਣੀ ਦੇ ਧਾਰਨੀ ਹੋ ਕੇ ਮਨ ਨੂੰ ਕਿਹਾ ਕਰੋ, ਮਨਾ ਕਾਹਦੇ ਲਈ ਆਲਸ ਕਰਦਾ, ਉੱਠ ਤਾਂ ਗੁਰਮੁਖ ਬਣ ਕੇ ਪਰਮਾਤਮਾ ਦਾ ਨਾਮ ਜਪਣਾ ਕਰ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਰਹਾਉ ਦਾ ਵਿਸ਼ਰਾਮ ਬਖਸ਼ਦੇ ਹੈ ਮਹਾਰਾਜ, ਅੱਗੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਰ ਭਗਤ ਹਰ ਕਾ ਪਿਆਰ ਹੈ, ਜੇ ਜਿਸ ਅੰਤਰ ਬਿਬੇ, ਜੇ ਗੁਰਮੁਖ ਕਰੇ ਵਿਚਾਰ। ਪਰਮਾਤਮਾ ਦਾ ਭਗਤ ਜਨ ਜਿਹੜਾ ਨਾ, ਰੱਬ ਦੀ ਉਸਤਤ ਕਰਨ ਵਾਲਾ, ਉਹਨੂੰ ਸਤਿਗੁਰੂ ਦੇ ਘਰ ਦਾ ਪਿਆਰ ਪ੍ਰਾਪਤ ਹੁੰਦਾ। ਸਤਿਗੁਰੂ ਜੀ ਦੇ ਘਰੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਉਸ ਨੂੰ ਜਿਹੜਾ ਗੁਰਮੁਖ ਬਣ ਕੇ ਗੁਰਮੁਖਾਂ ਵਾਲੀ ਨਾਮ ਬਾਣੀ ਦੀ ਵਿਚਾਰ ਕਰੇ, ਗੁਰਮੁਖਾਂ ਵਾਲੇ ਗੁਣਾਂ ਦੀ ਵਿਚਾਰ ਰੱਖੇ ਜੀਵਨ ਵਿੱਚ। ਪਾਖੰਡ ਭਗਤ ਨਾ ਹੋਵਈ, ਦੁਬਿਧਾ ਬੋਲ ਖੁਆਰ। ਭਾਈ ਪਖੰਡ ਕਰਨ ਨਾਲ ਭਗਤੀ ਨਹੀਂ ਹੁੰਦੀ। ਵੱਡਾ ਸਾਰਾ ਚੋਲਾ ਪਾ ਕੇ, ਵੱਡੀ ਸਾਰੀ ਮਾਲਾ ਲੈ ਕੇ ਤੇ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਬਹਿ ਗਿਆ, ਇਹ ਭਗਤੀ ਥੋੜ੍ਹਾ। ਜਿੰਨਾ ਚਿਰ ਮਨ ਨਹੀਂ ਜੋੜਦਾ, ਜਿੰਨਾ ਚਿਰ ਜਪਦਾ ਨਹੀਂ, ਲੋਕ ਵਿਖਾਵੇ ਨਾਲ ਪਖੰਡੀ ਲਿਬਾਸ ਬਣਾ ਕੇ ਭਗਤੀ ਨਹੀਂ ਹੁੰਦੀ। ਨਿਤਨੇਮ ਦੇ ਨਾਲ ਜੁੜਨਾ ਪੈਂਦਾ, ਸਤਿਗੁਰੂ ਦੀ ਬਾਣੀ ਦੇ ਆਸਰੇ। ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ। ਪਾਖੰਡ ਭਗਤ ਨਾ ਹੋਵੇ, ਦੁਬਿਧਾ ਬੋਲ ਖੁਆਰ। ਪਖੰਡੀ ਬੰਦੇ ਕੋਲੋਂ ਭਗਤੀ ਨਹੀਂ ਹੁੰਦੀ ਹੈ। ਕੋਈ ਪਖੰਡ ਕਰੇ ਨਾ, ਵਿਖਾਵਾ ਕਰੇ, ਚੌਂਕੜਾ ਲਾ ਲਾ ਲੋਕਾਂ ਦੇ ਸਾਹਮਣੇ,
ਉਹ ਜਿੰਨਾ ਮਰਜ਼ੀ ਪਖੰਡ ਕਰ ਲਵੇ, ਜਦੋਂ ਬੋਲਦਾ ਉਹਦੇ ਬੋਲਾਂ ਵਿੱਚੋਂ ਦਵੈਸ਼ ਝਲਕ ਜਾਂਦੀ ਹੈ ਵੀ ਦੁਬਦਾ ਵਿੱਚ ਹੋਇਆ ਹੋਇਆ ਬੋਲ ਰਿਹਾ ਹੈ। ਤੇ ਖੁਆਰ ਕਰਨ ਵਾਲੇ ਬੋਲ ਬੋਲਦਾ ਜਾਂ ਉਹਦੇ ਦੁਬਦਾ ਵਿੱਚ ਬੋਲੇ ਹੋਏ ਬੋਲ ਫਿਰ ਉਹਨੂੰ ਖੁਆਰ ਕਰਦੇ ਹਨ। ਸੋ ਜਨ ਰਲਾਇਆ ਨਾ ਰਲੈ, ਜਿਸ ਅੰਤਰ ਵਿਵੇਕ ਵਿਚਾਰ। ਸੋ ਜਨ ਉਹ ਗੁਰਸਿੱਖ ਇਹਨਾਂ ਅਪਖੰਡੀਆਂ ਦੇ ਨਾਲ ਰਲਾਇਆ ਹੋਇਆ ਨਹੀਂ ਰਲਦਾ, ਜਿਹਦੇ ਅੰਦਰ ਗਿਆਨ ਹੋਵੇ, ਵਿਵੇਕ ਹੋਵੇ, ਸਤਿਗੁਰੂ ਜੀ ਦੇ ਘਰ ਦੀ ਸਮਝ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਿਚਾਰ ਹੋਵੇ। ਸੋ ਸੇਵਕ ਹਰ ਆਖੀਐ, ਜੋ ਹਰ ਰਾਖੈ ਔਰ ਧਾਰ। ਸੋ ਉਹਨੂੰ ਸੇਵਕ ਕਿਹਾ ਜਾਂਦਾ ਭਾਈ, ਜਿਹੜਾ ਸਤਿਗੁਰੂ ਜੀ ਦੇ ਘਰ ਦੀ ਵਿਚਾਰ ਨੂੰ ਔਰ ਉਸ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਹੁਕਮ ਦੀ ਪਾਲਣਾ ਕਰਦਾ ਜਿਹੜਾ ਸੇਵਕ ਉਹੀ ਹੈ। ਫਿਰ ਮਨ ਤਨ ਸਉਪੇ ਆਗੈ ਧਰੇ, ਹਉ ਮੈਂ ਵਿੱਚ ਹੋ ਮਾਰ। ਸਤਿਗੁਰੂ ਜੀ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇਣਾ, ਮਨ ਵੀ ਤਨ ਵੀ ਸੌਂਪ ਕੇ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦੇ ਧਾਰਨੀ ਹੋਣਾ, ਤਨ ਸੌਂਪਣਾ ਔਰ ਫਿਰ ਮਨ ਅੰਦਰ ਉਸ ਮਰਿਆਦਾ ਦਾ ਪਾਲਣ ਕਰਨਾ, ਨਿਤਨੇਮੀ ਹੋਣਾ, ਉਸ ਰਹਿਤ ਦੇ ਧਾਰਨੀ ਹੋਣਾ। ਇਹ ਮਨ ਸੌਂਪ ਕੇ ਇਸ ਤਰੀਕੇ ਦੇ ਨਾਲ ਹੁਕਮ ਵਿੱਚ ਚੱਲਦਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ, ਫਿਰ ਉਹਦੇ ਹਉਮੈ ਨੂੰ ਮਹਾਰਾਜ ਮਾਰ ਦਿੰਦੇ ਹਨ। ਆਪਣੇ ਹੰਕਾਰ ਨੂੰ ਛੱਡ ਕੇ ਗੁਰੂ ਚਰਨਾਂ ਵਿੱਚ ਸਮਰਪਿਤ ਹੋ ਕੇ ਰਹਿਣਾ। ਧੰਨ ਗੁਰਮੁਖ ਸੋ ਪਰਵਾਨ ਹੈ, ਜੇ ਕਦੇ ਨਾ ਆਵੈ ਹਾਰ। ਉਹ ਗੁਰਸਿੱਖ ਪ੍ਰਵਾਨ ਹੈ ਭਾਈ, ਜਿਹੜਾ ਵਿਕਾਰਾਂ ਤੋਂ ਹਾਰਦਾ ਨਹੀਂ, ਜਿਹੜਾ ਵਿਕਾਰਾਂ ਨੂੰ ਜਿੱਤ ਲੈਂਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਜਾਂ ਜਿਹੜਾ ਦੁੱਖ ਵੇਲੇ ਆ ਕੇ ਹਾਰ ਕੇ ਨਹੀਂ ਕਹਿੰਦਾ ਮੈਂ ਹਾਰ ਗਿਆ। ਬਾਣੀ ਪੜ੍ਹਦਾ ਹੋਇਆ ਕਈ ਕਹਿ ਦਿੰਦੇ ਨਾ ਅਸੀਂ ਬਥੇਰਾ ਪਾਠ ਕਰ ਲਿਆ, ਨਹੀਂ ਕੁਝ ਬਣਦਾ। ਨਹੀਂ, ਸਦਾ ਭਰੋਸੇ ਨਾਲ ਜਿਹੜੇ ਨਾਮ ਬਾਣੀ ਦਾ ਓਟ ਆਸਰਾ ਲੈਂਦੇ ਉਹ ਗੁਰਮੁਖ ਧੰਤਾ ਦੇ ਯੋਗ ਹਨ। ਕਰਮ ਮਿਲੈ ਤਾ ਪਾਈਐ, ਵਿਣ ਕਰਮੈ ਪਾਇਆ ਨਾ ਜਾਏ। ਸਤਿਗੁਰੂ ਜੀ ਦੀ ਕਿਰਪਾ ਹੋਵੇ, ਰਹਿਮਤ ਹੋਵੇ, ਸ਼ੁਭ ਕਰਮ ਹੋਣ ਤਾਂ ਸਤਿਗੁਰੂ ਜੀ ਪ੍ਰਾਪਤ ਹੁੰਦੇ ਐ। ਨਾਮ ਬਾਣੀ ਪ੍ਰਾਪਤ ਹੁੰਦੇ, ਬਿਨਾਂ ਕਰਮਾਂ ਤੋਂ ਨਹੀਂ ਪ੍ਰਾਪਤ ਹੁੰਦਾ ਕੁਝ ਵੀ। ਲੱਖ 84 ਤਰਸ ਦੇ, ਜਿਸ ਮੇਲੇ ਸੋ ਮਿਲੈ ਹਰ ਆਏ। ਲੱਖਾਂ 84 ਲੱਖ ਜੂਨੀ ਤਰਸਦੀ ਫਿਰਦੀ ਹੈ ਭਾਈ, ਪਰ ਇਹ ਤਾਂ ਮਨੁੱਖਾ ਦੇਹ ਹੀ ਉਸ ਨੂੰ ਪ੍ਰਾਪਤ ਹੁੰਦੀ। ਇਸ ਦੇਹੀ ਦੁਆਰਾ ਫਿਰ ਸਤਿਗੁਰੂ ਮਿਲਦੇ ਐ। ਉਹਦੇ ਤੇ ਤਰਸ ਹੁੰਦਾ ਜਿਹਦੇ ਤੇ ਸਤਿਗੁਰੂ ਮਹਾਰਾਜ ਆਪ ਰਹਿਮਤ ਕਰ ਦੇਣ, ਆਪ ਨਿਵਾਜ ਦੇਣ ਜਿਸ ਨੂੰ। ਨਾਨਕ ਗੁਰਮੁਖ ਹਰਿ ਪਾਇਆ, ਸਦਾ ਹਰਿ ਨਾਮ ਸਮਾਏ। ਸਤਿਗੁਰੂ ਅਖੀਰਲੀ ਪੰਕਤੀ ਅੰਦਰ ਕਿਰਪਾ ਕਰ ਰਹੇ ਹੈ। ਉਹਨਾਂ ਗੁਰਸਿੱਖਾਂ ਨੇ ਹਰੀ ਦੀ ਪ੍ਰਾਪਤੀ ਕੀਤੀ ਹੈ, ਜਿਹੜੇ ਇਸ ਜੀਵਨ ਵਿੱਚ ਹਰੀ ਦਾ ਨਾਮ ਜਪਦੇ, ਰੱਬ ਦੀ ਉਸਤਤ ਕਰਦੇ ਕਰਦੇ ਅਖੀਰ ਫਿਰ ਉਹਦੇ ਵਿੱਚ ਹੀ ਸਮਾ ਗਏ ਜਾ ਕੇ। ਉਹਨਾਂ ਨੂੰ ਸਤਿਗੁਰੂ ਜੀ ਦੇ ਦਰੋਂ ਘਰੋਂ ਮਹਾਰਾਜ ਦਾ ਨਾਮ ਪ੍ਰਾਪਤ ਹੋਇਆ, ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹਨ। ਇਹ ਮਹਾਨ ਤਰਸ ਕਰਕੇ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ੇ ਹੈ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਸ਼ੁਕਰ ਹੈ, ਜਿਨ੍ਹਾਂ ਨੇ ਆਪ ਨੇ ਦਰ ਘਰ ਦੀ ਇਹ ਸੇਵਾ ਬਖਸ਼ਿਸ਼ ਕੀਤੀ ਹੈ, ਆਪ ਸੰਗਤਾਂ ਦੇ ਦਰਸ਼ਨ ਬਖਸ਼ੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਭਾਈ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਸਾਹਿਬ, ਤਿੰਨਾਂ ਦਾ ਰੋਮ ਰੋਮ ਕਰਕੇ ਧੰਨਵਾਦ। ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ, ਜਿਨ੍ਹਾਂ ਦੀ ਰਹਿਮਤ ਦੇ ਨਾਲ ਦਾਸ ਨੂੰ ਇਹ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋਇਆ। ਮਹਾਂਪੁਰਖਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ,
ਸਮਾਪਤੀ ਦੀਆਂ ਪੰਕਤੀਆਂ ਪੜੋ, ਗੁਰ ਫਤਿਹ ਵਿੱਚ ਸਾਂਝ ਪਾਈਏ ਜੀ। ਕਰਮ ਮਿਲੈ ਤਾ ਪਾਈਐ, ਵਿਣ ਕਰਮੈ ਪਾਇਆ ਨਾ ਜਾਏ। ਲੱਖ 84 ਤਰਸ ਦੇ, ਜਿਸ ਮੇਲੇ ਸੋ ਮਿਲੈ ਹਰ ਆਏ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।